लगभग 5 ਤੋਂ 6 किलोमीटर ਆਪਾਂ ਕਹਿ ਸਕਦੇ ਹਾਂ ਵੀ ਦੂਰੀ ਹੈ ਕੇਸਗੜ੍ਹ ਸਾਹਿਬ ਤੋਂ ਇਸ ਤਾਰਾਗੜ੍ਹ ਸਾਹਿਬ ਦੀ। ਜੇ ਆਪਾਂ ਕਹਿ ਸਕਦੇ ਹਾਂ ਕਿਲੇ ਦੇ ਵਿੱਚ ਮੌਜੂਦ ਆ। ਕਿਲਾ ਤਾਂ ਖੈਰ ਇੱਥੇ ਨਹੀਂ ਹੋ, ਇਸ ਟਾਈਮ ਗੁਰਦੁਆਰਾ ਸਾਹਿਬ ਸਥਾਨ ਬਣਿਆ ਹੋਇਆ ਹੈ। ਤੇ ਜਦੋਂ ਹੋਲਾ ਮਹੱਲਾ ਹੁੰਦਾ ਹੈ ਜਾਂ ਵਿਸਾਖੀ ਹੁੰਦੀ ਹੈ, ਬਹੁਤ ਸਾਰੇ ਜਿਹੜੇ ਯਾਤਰੀ ਨੇ ਉੱਥੇ ਦਰਸ਼ਨ ਕਰਨ ਦੇ ਲਈ ਵੀ ਆਉਂਦੇ ਵੀ ਨੇ, ਪਰ ਬਹੁਤਿਆਂ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਵੀ ਸਤਿਗੁਰੂ ਜੀ ਨੇ ਇਹ ਵੀ ਕਿਲੇ ਦਾ ਜਿਹੜਾ ਨਿਰਮਾਣ ਕੀਤਾ ਸੀਗਾ। ਇਸ ਇਲਾਕੇ ਦੇ ਵਿੱਚ ਸਭ ਤੋਂ ਵੱਧ ਜਿਹੜੇ ਜੰਗ ਯੁੱਧ ਇਸ ਇਲਾਕੇ ਦੇ ਵਿੱਚ ਹੋਏ, ਭਾਈ ਕਨ੍ਹਈਆ ਜੀ ਨੇ ਇਸ ਇਲਾਕੇ ਦੇ ਵਿੱਚ ਹੀ ਸੇਵਾਵਾਂ ਨਿਭਾਈਆਂ। ਤੇ ਜਦੋਂ ਅਸੀਂ ਇੱਥੇ ਭਜਨੀਕ ਨਾਮ ਜਪਣ ਵਾਲੇ ਸਿੱਖਾਂ ਦੀ ਗੱਲ ਕਰਦੇ ਹਾਂ ਤਾਂ ਉਹ ਵੀ ਇੱਕ ਇਕਾਂਤ ਥਾਂ ਸੀ। ਤੇ ਇਹ ਜਿਹੜਾ ਸੀ ਗੁਰੂ ਸਾਹਿਬ ਦੇ 5 ਕਿਲਿਆਂ ਦੇ ਵਿੱਚੋਂ ਇੱਕ ਅਹਿਮ ਕਿਲਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਲਾ ਛੱਡ ਕੇ ਚਲੇ ਗਏ ਸੀ, ਅਨੰਦਪੁਰ ਸਾਹਿਬ ਛੱਡ ਕੇ ਚਲੇ ਗਏ ਸੀ, ਤਾਂ ਦੁਸ਼ਮਣ ਨੂੰ ਇਹ ਹੋਇਆ ਕਿ ਗੁਰੂ ਸਾਹਿਬ ਦੁਆਰੇ ਆ ਕੇ ਨਾ ਬਸ ਜਾਣ। ਉਹਨਾਂ ਨੇ ਤਕਰੀਬਨ ਸਾਰੇ ਕਿਲੇ ਢਾਹਤੇ ਸੀ ਜੀ। ਇਹਨਾਂ ਦਾ ਨਿਰਮਾਣ ਗੁਰੂ ਕੇ ਸਿੰਘਾਂ ਨੇ ਤੇ ਦੁਬਾਰਾ ਉਹ ਨਿਸ਼ਾਨੀਆਂ ਖੋਜ ਕੇ ਇਹਨਾਂ ਦਾ ਸਾਰਿਆਂ ਦਾ ਕਿਲਿਆਂ ਦਾ ਨਿਰਮਾਣ ਦੁਬਾਰਾ ਹੋਇਆ ਜੀ। ਅਨੰਦਪੁਰ ਸਾਹਿਬ ਦੇ 5 ਕਿਲਿਆਂ ਦੇ ਵਿੱਚੋਂ ਜੇ ਅੱਜ ਆਪਾਂ ਗੱਲ ਕਰੀਏ ਤਾਂ ਇਸ ਵੇਲੇ ਖੜੇ ਹਾਂ ਬੜੀ ਸੁੰਦਰ ਰਮਣੀਕ ਜਗ੍ਹਾ ਦੇ ਉੱਪਰ ਕਿਲਾ ਤਾਰਾਗੜ੍ਹ ਸਾਹਿਬ, ਜਿਸ ਦਾ ਨਿਰਮਾਣ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪ ਕਰਵਾਇਆ ਸੀ। ਮੁੱਖ ਜੇ ਆਪਾਂ ਮਨੋਰਥ ਦੀ ਗੱਲ ਕਰੀਏ ਤਾਂ ਮੁੱਖ ਮਨੋਰਥ ਸੀ, ਜਿਵੇਂ ਇੱਧਰਲੀ ਸਾਈਡ ਤੁਹਾਨੂੰ ਦਿਖਾਉਂਦੇ ਆ, ਬਿਲਾਸਪੁਰ ਸ਼ਹਿਰ ਸੀਗਾ ਤੇ ਬਿਲਾਸਪੁਰ ਸ਼ਹਿਰ ਦੇ ਤੋਂ ਰਾਜੇ ਜਿਹੜੇ ਅਟੈਕ ਕਰਦੇ ਸੀ ਅਨੰਦਪੁਰ ਸਾਹਿਬ ਤੇ, ਤਾਂ ਉਹਨਾਂ ਦੇ ਕੀਤੇ ਗਏ ਅਟੈਕ ਨੂੰ ਰੋਕਣਾ, ਹਮਲਾਵਰ ਬਣ ਕੇ ਆਉਂਦੇ ਸੀ ਤੇ ਉਹਨਾਂ ਨੂੰ ਰੋਕਣ ਦੇ ਲਈ ਸਤਿਗੁਰੂ ਜੀ ਨੇ 5 ਕਿਲਿਆਂ ਦਾ ਨਿਰਮਾਣ ਕਰਵਾਇਆ ਸੀ। ਤੁਸੀਂ 5 ਕਿਲੇ ਨੇ ਅਨੰਦਪੁਰ ਸਾਹਿਬ ਦੇ ਵਿੱਚ ਜਾ ਕੇ ਦੀਦਾਰੇ ਕਰ ਸਕਦੇ ਹੋ 5 ਕਿਲਿਆਂ ਤੇ ਅਸੀਂ ਇਸ ਵੇਲੇ ਪਹਾੜ ਦੇ ਉੱਪਰ ਮੌਜੂਦ ਹਾਂ। ਆਪਾਂ ਇੰਝ ਕਹਿ ਸਕਦੇ ਹਾਂ ਬਿਲਕੁਲ ਬਿਲਾਸਪੁਰ ਵਾਲੀ ਸਾਈਡ ਦੇ ਉੱਪਰ ਗੁਰਦੁਆਰਾ ਤਾਰਾਗੜ੍ਹ ਸਾਹਿਬ ਬਣਿਆ ਹੋਇਆ ਹੈ। ਜੇ ਆਪਾਂ ਗੱਲ ਕਰੀਏ ਦਸ਼ਮੇਸ਼ ਅਕੈਡਮੀ ਤੋਂ ਸਿੱਧੀ ਸੜਕ ਜਿਹੜੀ ਹੈ ਉਹ ਪਹਾੜ ਦੇ ਉੱਪਰ ਨੂੰ ਚੜ੍ਹਦੀ ਹੈ। ਬੜੀ ਰਮਣੀਕ ਜਗ੍ਹਾ ਬਣੀ ਹੋਈ ਹੈ ਤੇ ਲਗਭਗ 5 ਤੋਂ 6 ਕਿਲੋਮੀਟਰ ਆਪਾਂ ਕਹਿ ਸਕਦੇ ਹਾਂ ਵੀ ਦੂਰੀ ਹੈ ਕੇਸਗੜ੍ਹ ਸਾਹਿਬ ਤੋਂ ਇਸ ਤਾਰਾਗੜ੍ਹ ਸਾਹਿਬ ਦੀ। ਤੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਫੌਜਾਂ ਤਿਆਰ ਕੀਤੀਆਂ 1699 ਦੀ ਵਿਸਾਖੀ ਨੂੰ ਖੰਡੇ ਕੀ ਪਹੁਲ ਦੇ ਕੇ ਖਾਲਸੇ ਨੂੰ ਜਿਹੜਾ ਸੀਗਾ ਉਹ ਪ੍ਰਗਟ ਕੀਤਾ ਤੇ ਗੁਰੂ ਦੇ ਨਾਲ ਜੋੜਿਆ, ਗੁਰਬਾਣੀ ਪੜ੍ਹਨ ਦੇ ਲਈ ਪ੍ਰੇਰਿਤ ਕੀਤਾ, ਸਤ ਸੰਗਤ ਕਰਨ ਦੇ ਲਈ ਪ੍ਰੇਰਿਤ ਕੀਤਾ, ਹੋਏ ਇਕੱਤਰ ਮਿਲੋ ਮੇਰੇ ਭਾਈ ਦੀ ਵਿਚਾਰਧਾਰਾ ਲੈ ਕੇ ਆਂਦੀ ਹੈ ਨਾ। ਸਾਰੀ ਸਤਿਗੁਰੂ ਜੀ ਨੇ ਸਿੱਖਾਂ ਨੂੰ ਸਮਝਾਉਣ ਦਾ ਯਤਨ ਕੀਤਾ ਵੀ ਅਸਲ ਵਿੱਚ ਸਿੱਖੀ ਹੈ ਕੀ ਹੈ। ਇੱਦਾਂ ਦੀਆਂ ਚੀਜ਼ਾਂ ਦੇਖ ਕੇ ਜਦੋਂ ਜਿਹੜੇ ਪਹਾੜੀ ਰਾਜੇ ਸੀ ਨਾ ਉਹ ਕਲਪ ਉੱਠਦੇ ਸੀਗੇ, ਫਿਰ ਉਹਨਾਂ ਨੂੰ ਡਰ ਲੱਗਦਾ ਸੀ ਵੀ ਕਿਤੇ ਇਹ ਸਾਨੂੰ ਢਾਹ ਨਾ ਲਾ ਦੇਵੇ ਗੁਰੂ ਗੋਬਿੰਦ ਸਿੰਘ, ਕਿਉਂਕਿ ਆਪਾਂ ਸਤਿਕਾਰ ਦੇ ਨਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਤੇ ਉਹ ਤੇ ਮੈਨੂੰ ਲੱਗਦਾ ਵੀ ਸਿੰਘ ਲਫ਼ਜ਼ ਵੀ ਨਹੀਂ ਲਾਉਂਦੇ ਹੋਣਗੇ, ਸਿੱਧਾ ਹੀ ਗੋਬਿੰਦ ਕਹਿੰਦੇ ਹੋਣਗੇ। ਤੇ ਇਹ ਬਿਲਾਸਪੁਰ ਵਾਲੀ ਸਾਈਡ ਤੋਂ ਕੀਤੇ ਗਏ ਹਮਲੇ ਨੂੰ ਰੋਕਣ ਦੇ ਲਈ ਇਸ ਜਿਹੜਾ ਹੈਗਾ ਕਿਲੇ ਦਾ ਨਿਰਮਾਣ ਕਰਵਾਇਆ ਗਿਆ ਸੀ। 5 ਕਿਲਿਆਂ ਦੇ ਵਿੱਚੋਂ ਇੱਕ ਕਿਲਾ ਸੀਗਾ ਤੇ ਜਦੋਂ ਪਹਾੜੀ ਰਾਜੇ ਇਦਾਂ ਤੜਫ ਉੱਠਦੇ ਨੇ ਨਾ, ਉਹਨਾਂ ਦੀ ਕੋਈ ਚਾਲ ਨਹੀਂ ਚੱਲਦੇ, ਕੋਈ ਉਹ ਚਾਲ ਨਹੀਂ ਉਹਨਾਂ ਦੀ ਜਿਹੜੀ ਸਫਲ ਹੁੰਦੀ, ਤਾਂ ਉਹ ਇੱਕ ਹੋਰ ਚਾਲ ਚੱਲਦੇ ਨੇ। ਉਹ ਚਿੱਠੀ ਲਿਖ ਕੇ ਪਾਉਂਦੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ, ਕਹਿੰਦੇ ਵੀ ਤੁਸੀਂ ਜਿਹੜੀ ਖੰਡੇ ਕੀ ਪਹੁਲ ਦਿੱਤੀ ਹੈ ਨਾ, ਤੁਸੀਂ ਜਿਹੜਾ ਅੰਮ੍ਰਿਤ ਛਕਾਉਂਦੇ ਹੋ ਤੇ ਅਸੀਂ ਵੀ ਛਕਣਾ ਚਾਹੁੰਦੇ ਹਾਂ। ਤੇ ਸਤਿਗੁਰੂ ਜੀ ਕਹਿੰਦੇ ਵੀ ਅੰਮ੍ਰਿਤ ਤੇ ਕੋਈ ਵੀ ਛਕ ਸਕਦਾ, ਖੰਡੇ ਕੀ ਪਹੁਲ ਤੇ ਕੋਈ ਵੀ ਲੈ ਸਕਦਾ, ਸਾਨੂੰ ਕਬੂਲ ਹੈ ਇਹ ਗੱਲ ਤੁਹਾਡੀ। ਪਰ ਉਹ ਨਾਲ ਇਹ ਗੱਲ ਕਹਿੰਦੇ ਨੇ ਵੀ ਅਸੀਂ ਛਕ ਲੈਂਦੇ ਹਾਂ ਅੰਮ੍ਰਿਤ, ਪਰ ਅਸੀਂ ਆਪਣੀ ਕੁਲਾ ਰੀਤ ਨਹੀਂ ਛੱਡ ਸਕਦੇ। ਕੁਲਾ ਰੀਤ ਉਹ ਹੁੰਦੀ ਹੈ ਆਪਣੇ ਦਾਦਿਆਂ ਦੀਆਂ, ਆਪਣੇ ਪੜਦਾਦਿਆਂ ਦੀਆਂ, ਆਪਣੇ ਨਕੜ ਦਾਦਿਆਂ ਦੀਆਂ ਰੀਤੀ ਰਿਵਾਜ, ਟਿੱਕੇ ਲਾਉਣੇ, ਮੰਦਰਾਂ ਦੀ ਪੂਜਾ ਕਰਨੀ, ਮੰਦਰਾਂ ਦੇ ਵਿੱਚ ਭਗਵਾਨ ਨੂੰ ਲੱਭਣਾ, ਜਨੇਊ ਪਾ ਲੈਣਾ, ਇੱਦਾਂ ਦੀਆਂ ਬਹੁਤ ਸਾਰੀ ਜਿਹੜੇ ਕਰਮ ਧਰਮ ਜਿਹੜੇ ਉਹ ਕਰਦੇ ਸਨ। ਉਹ ਕਹਿੰਦੇ ਵੀ ਅਸੀਂ ਉਹ ਕਰਮ ਨਹੀਂ ਛੱਡ ਸਕਦੇ, ਅਸੀਂ ਆਪਣੀ ਕੁਲਾ ਰੀਤ ਪਿਓ ਦਾਦਿਆਂ ਦੀਆਂ ਜਿਹੜੀਆਂ ਵਿਰਾਸਤੀ ਉਹ ਇੱਕ ਕਿਸਮ ਦੀ ਕਹਿੰਦੇ ਸੀ ਵੀ ਉਹ ਨਹੀਂ ਅਸੀਂ ਤਿਆਗ ਸਕਦੇ। ਸਤਿਗੁਰੂ ਜੀ ਕਹਿੰਦੇ ਵੀ ਇਹ ਚੀਜ਼ ਨਹੀਂ ਹੋ ਸਕਦੀ, ਇਹ ਗੱਲ ਨਹੀਂ ਹੋ ਸਕਦੀ, ਕਦੇ ਵੀ ਨਹੀਂ ਇਹ ਹੋ ਸਕਦਾ ਵੀ ਤੁਸੀਂ ਕੁਲਾ ਰੀਤ ਵੀ ਜਾਰੀ ਰੱਖੋ, ਠਾਕਰਾਂ ਦੀ ਪੂਜਾ ਵੀ ਕਰਦੇ ਰਹੋ, ਅਕਾਲ ਪੁਰਖ ਨੂੰ ਛੱਡ ਕੇ ਹੋਰ ਦੇਵੀ ਦੇਵਤਿਆਂ ਨੂੰ ਮੰਨਦੇ ਰਹੋ ਤੇ ਨਾਲ ਖੰਡੇ ਕੀ ਪਹੁਲ ਵੀ ਲੈ ਲਓ, ਗੁਰਬਾਣੀ ਵੀ ਪੜ੍ਹਨੀ ਸਿੱਖ ਲਓ, ਕਿਉਂਕਿ ਗੁਰਬਾਣੀ ਤੇ ਸਾਨੂੰ ਇਹਨਾਂ ਚੀਜ਼ਾਂ ਤੋਂ ਰੋਕਦੀ ਹੈ ਨਾ। ਤੇ ਇਹ ਵੀ ਇੱਕ ਉਹਨਾਂ ਦੀ ਬਹੁਤ ਵੱਡੀ ਚਾਲ ਸੀ, ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਚਾਲ ਨੂੰ ਸਮਝਦੇ ਸਨ ਤੇ ਇਸ ਵੇਲੇ ਉਸ ਤਾਰਾਗੜ੍ਹ ਸਾਹਿਬ ਜੇ ਆਪਾਂ ਕਹਿ ਸਕਦੇ ਹਾਂ ਕਿਲੇ ਦੇ ਵਿੱਚ ਮੌਜੂਦ ਆ। ਕਿਲਾ ਤਾਂ ਖੈਰ ਇੱਥੇ ਨਹੀਂ ਹੋ, ਇਸ ਟਾਈਮ ਗੁਰਦੁਆਰਾ ਸਾਹਿਬ ਸਥਾਨ ਬਣਿਆ ਹੋਇਆ ਹੈ ਤੇ ਜਦੋਂ
ਹੋਲਾ ਮਹੱਲਾ ਹੁੰਦਾ ਹੈ ਜਾਂ ਵਿਸਾਖੀ ਹੁੰਦੀ ਹੈ, ਬਹੁਤ ਸਾਰੇ ਜਿਹੜੇ ਯਾਤਰੀ ਨੇ ਉੱਥੇ ਦਰਸ਼ਨ ਕਰਨ ਦੇ ਲਈ ਵੀ ਆਉਂਦੇ ਵੀ ਨੇ, ਪਰ ਬਹੁਤਿਆਂ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਵੀ ਸਤਿਗੁਰੂ ਜੀ ਨੇ ਇਹ ਵੀ ਕਿਲੇ ਦਾ ਜਿਹੜਾ ਨਿਰਮਾਣ ਕੀਤਾ ਸੀਗਾ। ਤੇ ਇਸ ਲਈ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਫਿਰ ਆਪਣੀ ਗੱਲ ਨੂੰ ਦੁਹਰਾ ਦਈਏ, ਇਹ ਕਿਲਾ ਜਿਹੜਾ ਤਾਰਾਗੜ੍ਹ ਸਾਹਿਬ ਹੈ, ਇਹ ਕੇਸਗੜ੍ਹ ਸਾਹਿਬ ਤੋਂ ਲਗਭਗ 5 ਤੋਂ 6 ਕਿਲੋਮੀਟਰ ਦੀ ਦੂਰੀ ਤੇ ਬਣਿਆ। ਸਿੱਧੀ ਜਿਹੜੀ ਹੈ ਉਹ ਸੜਕ ਆਉਂਦੀ ਹੈ, ਬੜੀ ਰਮਣੀਕ ਜਗ੍ਹਾ ਬਣੀ ਹੋਈ ਹੈ, ਬੜੀ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਦ੍ਰਿਸ਼ ਵੀ, ਆਲੇ ਦੁਆਲੇ ਤੁਹਾਨੂੰ ਪਹਾੜ ਵੀ ਨਜ਼ਰੀ ਪੈਣਗੇ। ਬੜੀ ਸੁੰਦਰਤਾ ਜਿਹੜੀ ਹੈ ਇੱਥੇ ਉਹ ਆਲੇ ਦੁਆਲੇ ਤੁਹਾਨੂੰ ਦੇਖਣ ਨੂੰ ਮਿਲੇਗੀ। ਇਸ ਵੇਲੇ ਖਡੂਰ ਸਾਹਿਬ ਤੋਂ ਵੀਰ ਜੀ ਸਾਡੇ ਨਾਲ ਨੇ, ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਆਪਾਂ ਗੱਲ ਕਰ ਰਹੇ ਹਾਂ ਕਿਲਾ ਤਾਰਾਗੜ੍ਹ ਸਾਹਿਬ ਦੇ ਬਾਰੇ, ਹੈ ਨਾ, ਤੁਹਾਡੇ ਕੋਲੇ ਕੀ ਜਾਣਕਾਰੀ ਹੈ ਤਾਰਾਗੜ੍ਹ ਸਾਹਿਬ ਦੀ ਜੀ ਆਪਾਂ ਗੱਲ ਕਰਦੇ ਹਾਂ? ਤਾਰਾਗੜ੍ਹ ਸਾਹਿਬ ਦਾ ਜਿਹੜਾ ਕਿਲਾ ਹੈ ਇਹ ਆਨੰਦਪੁਰ ਸਾਹਿਬ ਦੇ 5 ਕਿਲਿਆਂ ਦੇ ਵਿੱਚੋਂ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ। ਅਸੀਂ ਜਦੋਂ ਆਨੰਦਪੁਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਆਉਂਦੇ ਹਾਂ ਤੇ ਅਸੀਂ ਕਿਲਾ ਆਨੰਦਗੜ੍ਹ ਸਾਹਿਬ, ਕਿਲਾ ਫਤਿਹਗੜ੍ਹ ਸਾਹਿਬ, ਕਿਲਾ ਹੋਲਗੜ੍ਹ ਸਾਹਿਬ ਤੇ ਕਿਲਾ ਲੋਹਗੜ੍ਹ ਸਾਹਿਬ, ਇਹਨਾਂ 4 ਕਿਲਿਆਂ ਦੇ ਦਰਸ਼ਨ ਕਰਕੇ ਤੇ ਜਦੋਂ 5ਵੇਂ ਥਾਂ ਤੇ ਅਸੀਂ ਨਹੀਂ ਪਹੁੰਚਦੇ, ਇਹ ਥੋੜਾ ਜਿਹਾ ਹਟਵਾ ਹੋਣ ਕਰਕੇ, ਜਾਂ ਅਸੀਂ ਕਈ ਵਾਰੀ ਇਸ ਤਰ੍ਹਾਂ ਵੀ ਕਹਿ ਲੈਂਦੇ ਆ ਵੀ ਕੁਝ ਸਿੱਖਾਂ ਨੂੰ ਮੈਂ ਦੇਖਿਆ ਵੀ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਂ ਨਰਮੋਹਗੜ੍ਹ ਨੂੰ ਵੀ ਕਿਲੇ ਦੇ ਵਿੱਚ ਸ਼ਾਮਲ ਕਰ ਦਿੰਦੇ, ਕਿਉਂਕਿ ਜਦੋਂ ਅਸੀਂ ਨਰਮੋਹਗੜ੍ਹ ਸਾਹਿਬ ਦੀ ਜੰਗ ਦਾ ਜ਼ਿਕਰ ਦੇਖਦੇ ਹਾਂ, ਇਤਿਹਾਸ ਦੇ ਵਿੱਚ ਪੜ੍ਹਦੇ ਹਾਂ, ਜਦੋਂ ਸਾਨੂੰ ਇਤਿਹਾਸ ਦੀ ਪੂਰੀ ਜਾਣਕਾਰੀ ਨਹੀਂ ਨਾ ਹੁੰਦੀ ਤਾਂ ਅਸੀਂ ਇਹ ਦੇਖਦੇ ਹਾਂ। ਇਹ ਬਿਲਾਸਪੁਰ ਦੀ ਸਾਈਡ ਤੇ ਸਭ ਤੋਂ ਅਹਿਮ ਸਥਾਨ ਤੇ ਇੱਕ ਬਣਿਆ ਕਿਲਾ ਹੈ, ਜੋ ਇੱਥੋਂ ਦੇ ਰਵਾਇਤੀ ਇਤਿਹਾਸ ਦੇ ਵਿੱਚ ਜਿਹੜੀ ਸੀਨਾ ਬਸੀਨਾ ਚੱਲੀ ਆਉਂਦੀ ਰਵਾਇਤ ਚੋਂ ਸਾਨੂੰ ਜਾਣਕਾਰੀ ਮਿਲਦੀ ਹੈ। ਜਦੋਂ ਅਸੀਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਪਰਿਕਰਮਾ ਚੋਂ ਖੜ ਕੇ ਦੇਖਦੇ ਹਾਂ ਤੇ ਇਸ ਸਥਾਨ ਦੇ ਦਰਸ਼ਨ ਨਹੀਂ ਹੁੰਦੇ, ਪਰ ਜੇ ਤੁਸੀਂ ਕਿਲਾ ਤਾਰਾਗੜ੍ਹ ਸਾਹਿਬ ਦੇ ਪਰਿਕਰਮਾ 'ਚ ਨਾਰਮਲੀ ਬੈਠੇ ਵੀ ਹੋ, ਖਲੋਣ ਦੀ ਵੀ ਜ਼ਰੂਰਤ ਨਹੀਂ ਪੈਂਦੀ। ਇੱਥੋਂ ਬੈਠਿਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਿਹੜੇ ਆ ਨਾ ਦਰਸ਼ਨ ਬੜੇ ਸੌਖੇ ਹੋ ਜਾਂਦੇ ਆ। ਦੂਸਰੀ ਗੱਲ ਹੈ, ਜੇ ਅਸੀਂ ਤਖਤ ਸਾਹਿਬ ਦੇ ਉੱਪਰ ਚੜ੍ਹ ਕੇ ਦੀਦਾਰ ਕਰਦੇ ਹਾਂ ਫਿਰ ਤਾਂ ਕਿਲਾ ਤਾਰਾਗੜ੍ਹ ਸਾਹਿਬ ਦੇ ਦਰਸ਼ਨ ਦੀਦਾਰ ਹੁੰਦੇ ਆ, ਪਰ ਇਸ ਇਲਾਕੇ ਦੇ ਵਿੱਚ ਸਭ ਤੋਂ ਵੱਧ ਜਿਹੜੇ ਜੰਗ ਯੁੱਧ ਇਸ ਇਲਾਕੇ ਦੇ ਵਿੱਚ ਹੋਏ, ਭਾਈ ਕਨ੍ਹਈਆ ਜੀ ਨੇ ਇਸ ਇਲਾਕੇ ਦੇ ਵਿੱਚ ਹੀ ਸੇਵਾਵਾਂ ਨਿਭਾਈਆਂ। ਤੇ ਜਦੋਂ ਅਸੀਂ ਇੱਥੇ ਭਜਨੀਕ ਨਾਮ ਜਪਣ ਵਾਲੇ ਸਿੱਖਾਂ ਦੀ ਗੱਲ ਕਰਦੇ ਹਾਂ ਤਾਂ ਉਹ ਵੀ ਇੱਕ ਇਕਾਂਤ ਥਾਂ ਸੀ, ਤੇ ਇਹ ਜਿਹੜਾ ਸੀ ਗੁਰੂ ਸਾਹਿਬ ਦੇ 5 ਕਿਲਿਆਂ ਦੇ ਵਿੱਚੋਂ ਇੱਕ ਅਹਿਮ ਕਿਲਾ ਸੀ। ਇਸ ਸਥਾਨ ਦੇ ਉੱਪਰ ਸਤਿਗੁਰੂ ਸਾਹਿਬ ਜੀ ਵੀ ਆਮ ਆਨੰਦਪੁਰ ਸਾਹਿਬ ਤੋਂ ਟਹਿਲਣ ਲਈ ਵੀ ਆਇਆ ਕਰਦੇ ਸੀ, ਤੇ ਬਹੁਤ ਗੁਰੂ ਕੇ ਪਿਆਰੇ ਸਿੱਖ ਇਸ ਸਥਾਨ ਤੇ ਰਹਿੰਦੇ ਸੀ। ਇੱਕ ਅਹਿਮ ਕਿਲਾ, ਇਹ ਥੋੜਾ ਦੂਰ ਹਟਵਾ ਹੋਣ ਕਰਕੇ ਇਹਦਾ ਬਹੁਤਾ ਪ੍ਰਚਾਰ ਤੇ ਪ੍ਰਸਾਰ ਨਹੀਂ ਹੋ ਸਕਿਆ। ਜੀ ਵੀ ਸੰਗਤ ਜਿਹੜੀ ਹੈਗੀ ਆ ਉਹ ਜ਼ਿਆਦਾਤਰ ਨੇੜੇ ਜਿਹੜੇ ਕਿਲੇ ਨੇ ਚਾਰੇ, ਉੱਥੇ ਦਰਸ਼ਨ ਦੀਦਾਰੇ ਕਰਕੇ ਚਲੇ ਜਾਂਦੀ ਹੈ ਨਾ। ਕੋਈ ਇਦਾਂ ਦਾ ਵੀ ਹੋਣਾ ਚਾਹੀਦਾ ਹੈ ਵੀ ਇਸ ਦੇ ਬਾਰੇ ਜਿਹੜਾ ਜ਼ਿਆਦਾ ਪ੍ਰਚਾਰ ਕੀਤਾ ਜਾਵੇ, ਕੁਛ ਜਿਵੇਂ ਕੇਸਗੜ੍ਹ ਸਾਹਿਬ ਦੇ ਅੱਗੇ ਲਿਟਰੇਚਰ ਵੰਡਿਆ ਜਾਵੇ ਜਾਂ ਹੌਲੀ ਹੌਲੀ ਕਰਕੇ ਜਾਗਰੂਕਤਾ ਲੋਕਾਂ ਵਿੱਚ ਲਿਆਂਦੀ ਜਾਵੇ। ਉੱਥੇ ਜੀ ਤਖਤ ਸਾਹਿਬ ਦੇ ਉੱਪਰ ਜਿਹੜੇ ਅਸੀਂ ਕਿਲਿਆਂ ਦਾ ਜ਼ਿਕਰ ਕੀਤਾ ਨਾ, ਉਹਦੇ ਵਿੱਚ ਬਕਾਇਦਾ ਜ਼ਿਕਰ ਹੈ, ਉੱਥੇ ਨੋਟਸ ਬੋਰਡ ਦੇ ਉੱਪਰ ਵੀ ਲਿਖਿਆ ਹੋਇਆ ਹੈ, ਪਰ ਸੰਗਤਾਂ ਜ਼ਿਆਦਾਤਰ ਅਸੀਂ ਜਦੋਂ ਦੇਖਦੇ ਹਾਂ ਵੀ ਗੁਰਦੁਆਰਾ ਸੀਸਗੰਜ ਸਾਹਿਬ, ਗੁਰੂ ਕੇ ਮਹਿਲ ਜਾਂਦੀਆਂ ਤੇ ਉਸ ਸਥਾਨ ਤੋਂ ਆਸੇ-ਪਾਸੇ ਦਰਸ਼ਨ ਕਰਕੇ 4 ਕਿਲਿਆਂ ਦੇ ਦਰਸ਼ਨ ਕਰਕੇ, ਜਿਹੜੀ ਗੱਲ ਮੈਂ ਤੁਹਾਡੇ ਨਾਲ ਪਹਿਲਾਂ ਸਾਂਝੀ ਕੀਤੀ ਹੈ ਨਾ, ਸਿਰਫ ਇਸ ਗੱਲ ਦਾ ਥੋੜਾ ਪ੍ਰਚਾਰ ਤੇ ਪ੍ਰਸਾਰ ਘੱਟ ਹੋਣ ਕਾਰਨ ਸੰਗਤਾਂ ਇਹਨੂੰ ਜਿਹੜੇ ਕੁਝ ਜੁੜੇ ਹੋਏ ਲੋਕ ਆ ਨਾ ਭਜਨੀਕ, ਮੈਂ ਵੀ ਕਦੀ ਜਦੋਂ ਆਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣਾ ਤੇ ਬਹੁਤ ਸਮਾਂ ਇੱਥੇ ਆਣ ਕੇ ਬੈਠਦਾ ਤੇ ਮੈਂ ਬੈਠ ਕੇ ਦੇਖਦਾ ਜਿਹੜੀਆਂ ਸੰਗਤਾਂ ਦੀਆਂ ਸਮਰਪਣ ਭਾਵਨਾ ਨਾ, ਇਸ ਸਥਾਨ ਤੇ ਆਣ ਕੇ ਸੰਗਤਾਂ ਬੈਠ ਕੇ ਬੜੇ ਪ੍ਰੇਮ ਦੇ ਨਾਲ, ਉਹਨਾਂ ਦੇ ਮਨ 'ਚ ਇੱਕ ਚਾਅ ਜਿਹਾ ਹੁੰਦਾ, ਬੈਠ ਕੇ ਗੁਰਬਾਣੀ ਵੀ ਬੜੇ ਪ੍ਰੇਮ ਦੇ ਵਿੱਚ ਭਿੱਜ ਕੇ ਪੜ੍ਹਦੇ ਆ। ਜਦੋਂ ਇਹਦਾ ਆਸ-ਪਾਸ ਦਾ ਵਾਤਾਵਰਣ ਦੇਖਦੇ ਆ, ਬਾਕੀ ਸਾਰਾ ਆਨੰਦਪੁਰ ਸਾਹਿਬ ਜਿਹੜਾ ਆਨੰਦਾਂ ਦੀ ਪੁਰੀ ਹੈ, ਗੁਰੂ ਬਖਸ਼ਿਸ਼ ਨਾਲ, ਗੁਰਸਿੱਖਾਂ ਦੇ ਰਹਿਣ ਦੇ ਨਾਲ, ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਤੋਂ ਇਸ ਸਥਾਨ ਤੇ ਜਿਹੜੀਆਂ ਕਲਾਵਾਂ ਵਰਤਦੀਆਂ, ਪਰ ਇਹ ਸਥਾਨ ਥੋੜ੍ਹਾ ਜਿਹਾ ਜ਼ਿਆਦਾ ਰਮਣੀਕ ਹੈ। ਇਸ ਸਥਾਨ ਤੇ ਜੁੜੇ ਹੋਏ ਲੋਕ ਵੀ ਆਣ ਕੇ ਬਹੁਤ ਬੈਠਦੇ ਆ। ਜੀ ਬਹੁਤ ਬਹੁਤ ਧੰਨਵਾਦ ਜੀ। ਵੀਰ ਜੀ ਹੁਣੀ ਗ੍ਰੰਥੀ ਸਿੰਘ ਸਾਡੇ ਨਾਲ ਨੇ ਜਿਹੜੇ ਇੱਥੇ ਸੇਵਾਵਾਂ ਨਿਭਾ ਰਹੇ ਨੇ, ਲਗਾਤਾਰ ਉਹਨਾਂ ਦੀਆਂ ਵੱਡੀਆਂ ਸੇਵਾਵਾਂ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਤੁਸੀਂ ਇੱਥੇ ਸੇਵਾਵਾਂ ਨਿਭਾਉਂਦੇ ਹੋ ਤੇ ਕਿਵੇਂ ਲੱਗਦਾ ਤੁਹਾਨੂੰ, ਕਿੰਨੇ ਕੁ ਲੋਕ ਇੱਥੇ ਆਉਂਦੇ ਨੇ ਦਰਸ਼ਨ ਕਰਨ ਦੇ ਲਈ? ਜੇ ਆਪਾਂ ਗੱਲ ਕਰੀਏ ਵੀ ਜਿਵੇਂ ਹੋਲਾ ਮਹੱਲਾ ਹੁੰਦਾ ਹੈ ਜਾਂ ਵਿਸਾਖੀ, 2 ਜਿਹੜੇ ਮੇਨ ਤਿਉਹਾਰ ਨੇ ਆਨੰਦਪੁਰ ਸਾਹਿਬ ਦੇ, ਹੈ ਨਾ, ਉਸ ਤੋਂ ਬਿਨਾਂ ਹੋਰ ਵੀ ਸੰਗਤ ਆਉਂਦੀ ਹੈ? ਹੁਣ
ਵਿਸਾਖੀ ਲੰਘੀ ਹੈ ਜੀ, ਹੋਲਾ ਮਹੱਲਾ ਸਾਹਿਬ ਵੀ ਲੰਘਿਆ ਜੀ। ਹੋਲੇ ਮਹੱਲੇ ਤੇ ਬਹੁਤ ਸੰਗਤਾਂ ਆਈਆਂ। ਅਖੰਡ ਪਾਠ ਸਾਹਿਬ ਹੁੰਦੇ ਹੋਲੇ ਮਹੱਲੇ ਤੇ 6 ਦਿਨ ਲੰਗਰ ਲੱਗਦੇ, ਤੇ ਹੁਣ ਵਿਸਾਖੀ ਲੰਘੀ, ਵਿਸਾਖੀ ਤੇ ਵੀ ਅਖੰਡ ਪਾਠ ਸਾਹਿਬ ਹੋਏ, 3 ਦਿਨ ਲੰਗਰ ਲੱਗੇ। ਬਹੁਤ ਸੰਗਤਾਂ ਨੇ ਸਮੂਲੀਅਤ ਕੀਤੀ, ਬਹੁਤ ਗੁਰੂ ਕੇ ਪਿਆਰੇ ਸਿੰਘ ਆਏ। ਨਿਹੰਗ ਸਿੰਘ ਫੌਜਾਂ ਇੱਥੇ ਜ਼ਿਆਦਾ ਆਉਂਦੀਆਂ ਜੀ, ਸਾਰੇ ਕਿਲਿਆਂ ਦੇ ਨਾਲੋਂ ਇੱਥੇ ਨਿਹੰਗ ਸਿੰਘ ਫੌਜਾਂ ਜ਼ਿਆਦਾ ਆਉਂਦੀਆਂ ਤੇ ਆਮ ਸੰਗਤ ਘੱਟ ਆਉਂਦੀ ਆ, ਕਿਉਂਕਿ ਆਮ ਸੰਗਤ ਨੂੰ ਘੱਟ ਪਤਾ, ਨਿਹੰਗ ਸਿੰਘ ਫੌਜਾਂ ਨੂੰ ਜ਼ਿਆਦਾ ਪਤਾ ਜੀ। ਇਸ ਸਥਾਨ ਤੇ ਜ਼ਿਆਦਾਤਰ ਨਿਹੰਗ ਸਿੰਘ ਫੌਜਾਂ ਆਉਂਦੀਆਂ। ਆਮ ਸੰਗਤ ਰੂਟੀਨ ਦੇ ਵਿੱਚ ਵੀ ਜਿਹੜੀ ਲੋਕਲ ਇਲਾਕੇ ਦੀ ਸੰਗਤ ਆ ਉਹ ਬਹੁਤ ਘੱਟ ਸੰਗਤ ਆਉਂਦੀ ਆ। ਜਿਹੜੀ ਸੰਗਤਾਂ ਨੂੰ ਬਾਹਰੇ ਪਤਾ ਗਾ ਵੀ ਇੱਥੇ ਕਿਲ੍ਹਾ ਹੈ, ਕਿਲ੍ਹਾ ਤਾਰਾਗੜ੍ਹ ਸਾਹਿਬ ਹੈ, ਜਿਨ੍ਹਾਂ ਸੰਗਤਾਂ ਨੂੰ ਪਤਾ ਉਹੀ ਹੀ ਆਉਂਦੀਆਂ ਨੇ। ਕਈ ਵਾਰੀ ਤਾਂ ਦਿਹਾੜੀ ਦੇ ਵਿੱਚ 2-3 ਪ੍ਰਾਣੀ ਹੀ ਆਉਂਦੇ ਆ, ਕਈ ਵਾਰੀ ਗੱਡੀਆਂ ਕਾਫੀ ਆ ਜਾਂਦੀਆਂ ਜੀ। ਇਸ ਤਰ੍ਹਾਂ ਹੈ ਜੀ। ਜਿਵੇਂ ਗੁਰੂ ਸਾਹਿਬ ਜੀ ਨੇ ਤਾਰਾਗੜ੍ਹ ਸਾਹਿਬ ਦਾ ਨਿਰਮਾਣ ਕਰਵਾਇਆ, ਉਦੋਂ ਬਾਅਦ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਕਿਲ੍ਹਾ ਸੀਗਾ ਜਿਹੜਾ ਉਹ ਛੱਡਣਾ ਪਿਆ। ਕੇਸਗੜ੍ਹ ਸਾਹਿਬ ਸੀ ਜਿਹੜਾ ਨਾ, ਉੱਥੋਂ ਵੀ ਗੁਰੂ ਸਾਹਿਬ ਜੀ ਨੇ ਚਾਲੇ ਪਾ ਦਿੱਤੇ ਅੱਗੇ ਸਰਸਾ ਨੰਗਲ। ਉਸ ਤੋਂ ਬਾਅਦ ਦੇ ਵਿੱਚ ਗੁਰੂ ਸਾਹਿਬ ਜੀ ਅੱਗੇ ਜਾਂਦੇ ਨੇ, ਹੈ ਨਾ। ਤੇ ਇੰਜ ਨਹੀਂ ਤੁਹਾਨੂੰ ਲੱਗਦਾ ਵੀ ਉਦੋਂ ਬਾਅਦ ਦੇ ਵਿੱਚ ਜਿਹੜਾ ਸੀਗਾ ਇਹ ਪਹਾੜੀ ਰਾਜਿਆਂ ਦੇ ਵੱਲੋਂ ਕਿਲ੍ਹਾ ਢਾਹ ਦਿੱਤਾ ਗਿਆ ਹੋਵੇਗਾ? ਇਸ ਸਾਈਕਲ ਯਾਤਰਾ ਭਾਈ ਧੰਨਾ ਸਿੰਘ ਜੀ ਨੇ ਉਹਦੇ ਵਿੱਚ ਵੀ ਬੁੱਕ ਦੇ ਵਿੱਚ ਵੀ ਜ਼ਿਕਰ ਦਿੱਤਾ, ਉਸ ਦੇ ਵਿੱਚ ਫੋਟੋ ਵੀ ਹੈ, ਉਹਦੇ ਵਿੱਚ ਵੀ ਦੇਖਿਆ। ਉਦੋਂ ਕਿਲ੍ਹਾ ਬਿਲਕੁਲ ਹੈ ਨਹੀਂ ਸੀਗਾ ਜੀ ਇੱਥੇ, ਕਿਉਂਕਿ ਜਦੋਂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਲ੍ਹਾ ਛੱਡ ਕੇ ਚਲੇ ਗਏ ਸੀ, ਅਨੰਦਪੁਰ ਸਾਹਿਬ ਛੱਡ ਕੇ ਚਲੇ ਗਏ ਸੀ, ਤਾਂ ਦੁਸ਼ਮਣ ਨੂੰ ਇਹ ਹੋਇਆ ਕਿ ਗੁਰੂ ਸਾਹਿਬ ਦੁਆਰੇ ਆ ਕੇ ਨਾ ਬਸ ਜਾਣ। ਉਹਨਾਂ ਨੇ ਤਕਰੀਬਨ ਸਾਰੇ ਕਿਲ੍ਹੇ ਢਾਹਤੇ ਸੀ ਜੀ। ਇਹਨਾਂ ਦਾ ਨਿਰਮਾਣ ਗੁਰੂ ਕੇ ਸਿੰਘਾਂ ਨੇ ਤੇ ਦੁਬਾਰਾ ਉਹ ਨਿਸ਼ਾਨੀਆਂ ਖੋਜ ਕੇ ਇਹਨਾਂ ਦਾ ਸਾਰਿਆਂ ਦਾ ਕਿਲ੍ਹਿਆਂ ਦਾ ਨਿਰਮਾਣ ਦੁਬਾਰਾ ਹੋਇਆ ਜੀ। ਬਹੁਤ ਬਹੁਤ ਧੰਨਵਾਦ ਜੀ। ਗ੍ਰੰਥੀ ਸਿੰਘ ਇੱਥੇ ਡਿਊਟੀ ਕਰਦੇ ਨੇ। ਅਸੀਂ ਫਿਰ ਆਪਣੀ ਗੱਲ ਨੂੰ ਦੁਹਰਾ ਦਈਏ ਵੀ ਕਿਲ੍ਹਾ ਤਾਰਾਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਉਹਨਾਂ 5 ਕਿਲ੍ਹਿਆਂ ਦੇ ਵਿੱਚੋਂ ਇੱਕ ਹੈ ਜਿਸ ਦਾ ਨਿਰਮਾਣ ਗੁਰੂ ਸਾਹਿਬ ਜੀ ਨੇ ਆਪ ਕਰਵਾਇਆ ਸੀ। ਅਤੇ ਜਿਵੇਂ ਆਪਾਂ ਗੱਲ ਕਰਦੇ ਹਾਂ ਪਹਾੜੀ ਰਾਜੇ, ਚਾਹੇ ਉਹ ਬਿਲਾਸਪੁਰ ਵਾਲੀ ਸਾਈਡ ਦੇ ਹੋਣ, ਚਾਹੇ ਭੀਮ ਜਿਹੜਾ ਸੀਗਾ ਭੀਮ ਚੰਦ ਵਰਗੇ ਰਾਜੇ ਹੋਣ, ਕੇਸਰੀ ਚੰਦ ਵਰਗੇ ਰਾਜੇ ਹੋਣ, ਉਹਨਾਂ ਦੇ ਹਮਲਿਆਂ ਨੂੰ ਰੋਕਣ ਲਈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ 5 ਕਿਲ੍ਹਿਆਂ ਦਾ ਨਿਰਮਾਣ ਕਰਵਾਇਆ ਸੀ, ਜਿਨ੍ਹਾਂ ਦੇ ਵਿੱਚੋਂ ਇੱਕ ਇਹ ਤਾਰਾਗੜ੍ਹ ਸਾਹਿਬ ਦਾ ਕਿਲ੍ਹਾ ਹੈ। ਇਹ ਸਥਾਨ ਬਣਿਆ ਹੈ ਗੁਰਦੁਆਰਾ ਸਾਹਿਬ ਜਿੱਥੇ ਅੱਜ ਆਪਾਂ ਖੜੇ ਹਾਂ। ਇਸੇ ਤਰ੍ਹਾਂ ਅਨੰਦਪੁਰ ਸਾਹਿਬ ਦੇ ਹੋਰ ਕਿਲ੍ਹੇ ਵੀ ਦਿਖਾਵਾਂਗੇ, ਹੋਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਜਿਹੜੇ ਇਤਿਹਾਸਕ ਸਥਾਨ ਹੈ। ਸਾਡੇ ਨਾਲ ਜੁੜੇ ਰਹੋ ਸੁਰਖਾਬ ਟੀਵੀ ਤੇ। ਮੈਂ ਅਮਰਪ੍ਰੀਤ ਸਿੰਘ ਗੁਜਰਵਾਲ।